पाद पंकज बंदना सिमरो अंगद दोख निकंदना अमर दास गुर हृदय आवो हृदय आवो रामदास गुण गावो श्री अर्जुन विघ्नन के नाशक विघ्नन के नाशक हर गोविंद शुभ सुमत प्रकाशक श्री हर राय नामो कर जोरी नामो कर जोरी गुर हर कृष्ण मनाए बिहोरी तेग बहादुर परम कृपाला परम कृपाला श्री गुरु गोबिंद सिंह विशाला तारो तारा पार पुन पुन सीसा पुन पुन सीसा बंदो बार बार जगदीसा जिस मन अमृत ज्ञान है मानक भगत विराग गुरु ग्रंथ साहिब ओदद बंदो कर अनुराग आए प्रभ शरणागति कृपा निध दयाल एक अखर हर मन बसत नानक होत निहाल एक अखर हर मन बसत नानक होत निहाल पतत पावन भगत वत्सल कृपा निदान रहमतां दे सागर मीरी पीरी दे मालक साहिब श्री गुरु हरगोबिंद साहिब जियां दे पावन और पवित्र स्थान दे उपर अमृत वेले दी संभाल करदे होए साहिब श्री गुरु ग्रंथ साहिब जियां दे चरण परस रहे गुरु रूप गुरु खालसा जी सतगुरां दी अपार कृपा बख्शिश रहमत दा सदका जो लड़ीवार गुर इतिहास गुरु नानक देव जियां दे जीवन कौतुकां दा श्रवण कर रहे हाँ आओ विचारां दी आरंभता तो पहला गुरुदेव सतगुरां द्वारा बख्शिश की गई गुरगते दी सांझ पाइए कोई भी रसना वांझी ना रहे सारे माई भाई गुरु ग्रंथ साहिब जियां तो आग्ञा पाउंदे होए रल मिल के आखो जी वाहिगुरु जी का खालसा वाहिगुरु जी की फतेह। आओ शरदा भावना के नाल श्रवण करियो जी। सतनाम श्री वाहिगुरु साहिब जीओ। चौपाई महिमा पुरमह बदी अपार। इस प्रकार गुरु नानक देव जियां की जो महिमा बढ़ियाई है नगर विच अपार होने लगी है। लिखे साबत गुर करहे उचारा। गुरु नानक देव जी महाराज उचारण करते हैं ते जिहड़े नगर दे लोग बैठे ने वो आपो अपनियां कलमां दे नाल आपो अपनियां कापियां उपर
ਪਰ ਕਾਗਜ਼ ਦੇ ਉੱਪਰ ਸਤਿਗੁਰਾਂ ਦੁਆਰਾ ਉਚਾਰਨ ਕੀਤੇ ਸ਼ਬਦ ਲਿਖਦੇ ਨੇ ਜੀ। ਪੜ੍ਹ ਕੇ ਪ੍ਰੀਤ ਸੋ ਕੀਰਤ ਕਰਹੀ। ਜਿਸ ਨੂੰ ਪੜ੍ਹਨ ਦੇ ਨਾਲ ਬੜਾ ਪ੍ਰੇਮ ਪੈਦਾ ਹੁੰਦਾ ਹੈ ਔਰ ਬੜੀ ਵਡਿਆਈ ਕਰਦੇ ਨੇ। ਸ੍ਰੀ ਨਾਨਕ ਮਹਿ ਸਰਦਾ ਧਰਹੀ। ਗੁਰੂ ਨਾਨਕ ਦੇਵ ਜੀਆਂ ਦੀ ਬਾਬਤ ਸ਼ਰਧਾ ਭਾਵਨਾ ਪੈਦਾ ਹੁੰਦੀਆਂ ਨੇ। ਤਹਿ ਪੰਡਤ ਰਹਿਤ ਸੁਜਾਨਾ। ਉਸੇ ਹੀ ਨਗਰ ਦੇ ਵਿੱਚ ਇੱਕ ਬੜਾ ਸੁਜਾਨ ਸ੍ਰੇਸ਼ਟ ਪੰਡਤ ਵਿਦਵਾਨ ਰਹਿੰਦਾ ਹੈ। ਸਭ ਵਿਦਿਆ ਮੈਂ ਨਿਪੁੰਨ ਨਿਧਾਨਾ। ਜੋ ਸਾਰੀ ਦੀ ਵਿਦਿਆ ਦੇ ਵਿੱਚ ਨਿਪੁੰਨ ਹੈ, ਖਜ਼ਾਨਾ ਹੈ। ਸ੍ਰੀ ਨਾਨਕ ਮਹਿਮਾ ਤਨ ਸੁਣੀ। ਜਦੋਂ ਉਹਨੇ ਆਪਣੇ ਕੰਨਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਸੁਣੀ ਹੈ। ਦਰਸ਼ਨ ਕਰੋ ਹਿਰਦੈ ਅਸਗੁਣੀ। ਤੇ ਮਨ ਹੀ ਮਨ ਵਿੱਚ ਵਿਚਾਰਾਂ ਕਰਦਾ ਹੈ ਕਿ ਸਾਰਾ ਨਗਰ ਜੀ ਦੀਆਂ ਸਿਫਤਾਂ ਕਰਦਾ ਹੈ, ਮੈਂ ਵੀ ਉਸ ਨੂੰ ਜਾ ਕੇ ਵੇਖਦਾ ਹਾਂ। ਪੁਸਤਕ ਲੱਦੇ ਔਸਤ ਜਵਦੋ। ਤੇ ਜਿਵੇਂ ਆਪਣੇ ਦੋ ਊਠ ਸੰਗਤ ਜੀ ਇਸ ਪ੍ਰਕਾਰ ਗ੍ਰੰਥਾਂ ਦੇ ਨਾਲ ਲੱਦੇ ਹੋਏ, ਇੰਨੇ ਵੇਦ ਗ੍ਰੰਥ ਪੜ੍ਹੇ ਹੋਏ ਨੇ ਕਿ ਦੋ ਊਠ ਲੱਦੇ ਹੋਏ ਨੇ। ਗਮਨਤ ਸੰਗ ਰਹਿ ਹੈ ਸੋ। ਤੇ ਜਿੱਧਰ ਨੂੰ ਵੀ ਉਹ ਵਿਦਵਾਨ ਜਾਂਦਾ ਹੈ, ਦੋ ਊਠ ਉਸ ਦੇ ਮਗਰ ਮਗਰ ਵੇਦਾਂ ਗ੍ਰੰਥਾਂ ਤੇ ਲੱਦੇ ਆਉਂਦੇ ਨੇ। ਸਾਲ ਗ੍ਰਾਮ ਗਲੇ ਮਹਿ ਪਾਵਾ। ਤੇ ਗਲੇ ਦੇ ਵਿੱਚ ਉਸ ਨੇ ਇੱਕ ਪੱਥਰ ਦਾ, ਜਿਹਨੂੰ ਠਾਕੁਰ ਕਹਿੰਦੇ ਨੇ, ਉਹ ਪਾਇਆ ਹੋਇਆ ਹੈ। ਤਨ ਮਹਿਤ ਬਾਦਿਸ ਤਿਲਕ ਲਗਾਵਾ। ਤੇ ਸਰੀਰ ਦੇ ਉੱਪਰ ਮਰਿਆਦਾ ਅਨੁਸਾਰ 12 ਤਿਲਕ ਲਗਾਏ ਨੇ। ਜਹ ਬੈਠੇ ਬੇਦੀ ਕੁਲਦੀਪਾ। ਜਿੱਥੇ ਬੇਦੀਆਂ ਦੇ ਕੁਲ ਦੇ ਨਿਸ਼ਾਨ ਸਰੂਪ ਵਿਰਾਜੇ ਨੇ। ਸੋ ਪੰਡਤ ਚਲ ਆਏ ਸਮੀਪਾ। ਤੇ ਵਿਦਵਾਨ ਪੰਡਤ ਗੁਰੂ ਨਾਨਕ ਦੇਵ ਜੀਆਂ ਦੇ ਪਾਸ ਚੱਲ ਆਇਆ ਹੈ। ਬੈਠਿਓ ਰਾਮ ਰਾਮ ਕੋ ਕਰਕੇ। ਇਹਦਾ ਰਾਮ ਰਾਮ ਕਰਦਾ ਹੋਇਆ ਮੁਖ ਤੋਂ ਸਤਿਗੁਰਾਂ ਦੇ ਕੋਲ ਬੈਠਾ ਹੈ। ਵਿਦਿਆ ਗਰਭ ਰਹਿਓ ਗੁਰ ਭਰ ਕੇ। ਇਸ ਪ੍ਰਕਾਰ ਆਪ ਦਾ ਬੈਠਾ ਹੈ ਤੇ ਬੈਠਾ ਹੋਇਆ ਵਿਦਿਆ ਦੇ ਹੰਕਾਰ ਵਿੱਚ ਭਰਿਆ ਹੋਇਆ ਹੈ। ਬੋਲਿਓ ਬਖਰੋ ਬਚਨ ਦੁਰਾਸਾ। ਤੇ ਫਿਰ ਸਤਿਗੁਰਾਂ ਦੇ ਕੋਲ ਬੈਠ ਕਰਕੇ ਬੜੇ ਕਠਿਨ ਬਚਨ ਬੋਲਿਆ ਹੈ। ਸੰਤ ਹੋਏ ਕਿਉ ਖਾਪ ਤਮਾਸਾ। ਕਹਿਣ ਲੱਗਾ, ਜੇਕਰ ਤੁਸੀਂ ਸੰਤ ਹੋ, ਸਾਧੂ ਹੋ, ਤੇ ਜਿਹੜੇ ਸੰਤ ਸਾਧੂ ਹੁੰਦੇ ਨੇ ਉਹ ਤਾਂ ਸਾਰਿਆਂ ਜੀਵਾਂ ਦੇ ਨਾਲ ਪ੍ਰੇਮ ਕਰਦੇ ਨੇ, ਤੇ ਤੁਸੀਂ ਮਾਸ ਖਾ ਰਹੇ ਹੋ। ਕਿਉ ਤਨ ਉੱਪਰ ਚਰਮ ਲੀਨਾ। ਤੇ ਕਿਉਂ ਆਪਣੇ ਸਰੀਰ ਦੇ ਉੱਪਰ ਇਹ ਚਮੜਾ ਲਿਆ ਹੋਇਆ ਹੈ, ਚਮੜੇ ਦੇ ਵਸਤਰ ਪਹਿਨੇ ਨੇ। ਇਹ ਤੁਮ ਕਰਮ ਵਿਪਰਜੈ ਕੀਨਾ। ਇਹਦਾ ਸੰਤਾਂ ਮਹਾਂਪੁਰਖਾਂ ਤੋਂ ਬੜੀ ਉਲਟ ਰੀਤੀ ਹੈ ਜੀ। ਗੁਰ ਉਲਪਟ ਤਬ ਹੀ ਪੁਸਤੀਨੰ। ਕਿਉਂਕਿ ਗੁਰੂ ਨਾਨਕ ਦੇਵ ਜੀਆਂ ਦੇ ਉੱਪਰ ਜੋ ਕਸ਼ਮੀਰ ਦਾ ਇਲਾਕਾ ਹੈ, ਬੜੀ ਠੰਡ ਦਾ ਇਲਾਕਾ, ਠੰਡਾ ਇਲਾਕਾ, ਮਹਾਰਾਜ ਜੀਆਂ ਨੇ ਠੰਡ ਤੋਂ ਬਚਣ ਵਾਸਤੇ ਇਸ ਪ੍ਰਕਾਰ ਲੈਦਰ ਦੇ ਜੋ ਚਮੜੇ ਦੇ ਵਸਤਰ ਪਹਿਨੇ ਹੋਏ ਸਨ। ਤੇ ਚਮੜੇ ਦੇ ਵਸਤਰ ਪਹਿਨਿਆਂ ਨੂੰ ਵੇਖ ਕਰਕੇ ਇਸ ਨੇ ਅੰਦਾਜ਼ਾ ਲਾਇਆ ਕਿ ਇਹ ਮਾਂਸ ਵੀ ਜ਼ਰੂਰ ਖਾਂਦੇ ਹਨ। ਇਸ ਲਈ ਗੁਰੂ ਨਾਨਕ ਦੇਵ ਜੀਆਂ ਤਾਂ ਕਹਿੰਦਾ ਹੈ ਕਿ ਤੁਸੀਂ ਸੰਤਾਂ ਦੀ ਮਰਿਆਦਾ ਤੋਂ ਉਲਟ ਹੋ। ਸੁਣ ਪੰਡਤ ਕੇ ਬਚਨ ਪ੍ਰਵੀਨੰ। ਗੁਰੂ ਨਾਨਕ ਦੇਵ ਜੀਆਂ ਨੇ ਜਦੋਂ ਉਸ ਪੰਡਤ ਦੇ ਮਨ ਦੇ ਖਿਆਲ ਜਾਣੇ ਨੇ। ਸਿੱਖਿਆ ਦੀਨ ਹੇਤ ਤਹ ਸੰਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਦਾ ਹੰਕਾਰ ਦੂਰ ਕਰਨ ਵਾਸਤੇ, ਉਸ ਨੂੰ ਗੁਰਸਿੱਖਿਆ ਦੇਣ ਵਾਸਤੇ ਜੀ ਉਚਰਿਓ ਸ਼ਬਦ ਸੋ ਪ੍ਰੇਮ ਮੰਗਾ। ਮਹਾਰਾਜ ਜੀਆਂ ਨੇ ਬੜੇ ਪ੍ਰੇਮ ਦੇ ਨਾਲ ਇਹ ਆਸਾ ਦੀ ਵਾਰ ਦਾ ਸ਼ਬਦ ਉਚਾਰਨ ਕੀਤਾ ਹੈ। ਸਲੋਕ ਮਹਲਾ ਪਹਿਲਾ। ਪੜ੍ਹਨੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਜੀ। ਬਾਣ ਪੜ ਗੱਡੀ ਲੱਦੀ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਪੰਡਤ ਜੀ, ਭਾਵੇਂ ਸੰਸਾਰ ਦੇ ਵੇਦ ਗ੍ਰੰਥ ਜਿੰਨੇ ਵੀ ਇਤਿਹਾਸਕ ਗ੍ਰੰਥ, ਜਿੰਨੇ ਵੀ ਧਾਰਮਿਕ ਗ੍ਰੰਥ ਹਨ, ਸਾਰੇ ਪੜ੍ਹ ਲਈਏ, ਮਾਨੋ ਪੜ੍ਹ ਕੇ ਉਹਨਾਂ ਦੇ ਕੰਡੇ ਲੱਦ ਲਈਏ। ਬਾਣ ਪੜ ਭਰੀਏ
ਗੱਡੀਏ ਸਾਥ ਆਈਨੇ ਪੜ ਲਈਏ ਕਿ ਧਰਤੀ ਉੱਪਰ ਰੱਖੀਏ ਤੇ ਢੇਰ ਲੱਗ ਜਾਵਣਾ। ਪੜ ਪੜ ਬੇੜੀ ਪਾਈਏ ਮਹਾਰਾਜ ਕਹਿੰਦੇ ਜਦੋਂ ਸਮੁੰਦਰ ਨੂੰ ਪਾਰ ਕਰਨਾ ਹੋਵੇ ਤੇ ਪੜ੍ਹੇ ਹੋਏ ਵੇਦ ਗ੍ਰੰਥ ਨਾਲ ਲਿਜਾਣੇ ਹੋਣ, ਜਾਣੋ ਬੇੜੀਆਂ ਭਰ ਜਾਵਣਾ। ਪੜ ਪੜ ਗੱਡੀਏ ਖਾਤ ਮਹਾਰਾਜ ਕਹਿੰਦੇ ਪੜ ਪੜ ਕੇ ਜਿਹੜੇ ਸਾਰੇ ਤਾਂ ਖਾਨੇ ਹਨ, ਜਿੰਨੀਆਂ ਲਾਇਬ੍ਰੇਰੀਆਂ ਨੇ ਸਾਰੀਆਂ ਹੀ ਭਰ ਜਾਵਣਾ। ਪੜੀਏ ਜੇਤੇ ਬਰਸ ਬਰਸ ਜਿੰਨੇ ਵੀ ਜੀਵਨ ਦੇ ਮਨੁੱਖ ਦੇ ਸਾਲ ਹੁੰਦੇ ਨੇ, ਜਿੰਨੇ ਸਾਲ ਵੀ ਉਹ ਜਿਉਂਦਾ ਹੈ, ਸਾਰੇ ਹੀ ਸਾਲ ਉਹ ਇਸ ਪ੍ਰਕਾਰ ਵਿਦਿਆ ਪੜ੍ਹਦਾ ਰਹੇ। ਪੜੀਏ ਜੇਤੇ ਮਾਸ ਤੇ ਜਿੰਨੇ ਮਹੀਨੇ ਉਹਦਾ ਜੀਵਨ ਰਹਿੰਦਾ ਹੈ, ਉਹਨੇ ਮਹੀਨੇ ਹਰ ਸਾਲ ਇਸ ਪ੍ਰਕਾਰ ਗ੍ਰੰਥਾਂ ਨੂੰ ਪੜ੍ਹਦਾ ਰਹੇ। ਪੜੀਏ ਜੇਤੀ ਆਰਜਾ ਜਿੰਨੀ ਵੀ ਮਨੁੱਖ ਦੀ ਆਰਜਾ ਤੋਂ ਭਾਵ ਉਮਰ ਹੁੰਦੀ ਹੈ, ਸਾਰੀ ਉਮਰ ਵਿਦਿਆ ਪੜ੍ਹ ਲਵੇ। ਪੜੀਏ ਜੇਤੇ ਸਾਸ ਜਿੰਨੇ ਵੀ ਸਵਾਸ ਮਨੁੱਖ ਕੇ ਸੰਸਾਰ ਤੇ ਲੈਂਦਾ ਹੈ, ਜਿੰਨੇ ਵੀ ਸਾਹ ਲੈਂਦਾ ਹੈ, ਹਰ ਇੱਕ ਸਾਹ ਦੇ ਨਾਲ ਕੋਈ ਵੇਦ ਗ੍ਰੰਥ ਪੜ੍ਹਦਾ ਰਹੇ। ਨਾਨਕ ਲਿਖੇ ਇੱਕ ਗੱਲ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਦੋਂ ਤੱਕ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਨਹੀਂ ਕਰਦਾ, ਜਦੋਂ ਤੱਕ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਸਭਨਾ ਜੀਆਂ ਮੈਂ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ, ਜਿੰਨਾ ਸਮਾਂ ਉਸ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਪੈਂਦਾ, ਹੋਰ ਹੋਮੈ ਚੱਕਣਾ ਝਾਕ ਮਹਾਰਾਜ ਕਹਿੰਦੇ ਹੋਰ ਤਾਂ ਪੜ੍ਹੀ ਹੋਈ ਵਿਦਿਆ ਫਿਰ ਹੰਕਾਰ ਹੀ ਵਧਾਉਂਦੀ ਹੈ ਤੇ ਸਾਰੀ ਝੱਖਣਾ ਝਾਕ ਵਰਗੀ ਹੈ। ਮਹਾਰਾਜ ਕਹਿੰਦੇ ਆਪਣੇ ਧਰਮ ਨੂੰ ਛੱਡ ਕਰਕੇ, ਆਪਣੇ ਧਰਮ ਦੇ ਗ੍ਰੰਥਾਂ ਨੂੰ ਛੱਡ ਕਰਕੇ ਹੋਰਾਂ ਗ੍ਰੰਥਾਂ ਦਾ ਅਧਿਐਨ ਕਰਨਾ ਤੇ ਮਹਾਰਾਜ ਕਹਿੰਦੇ ਇਸ ਪ੍ਰਕਾਰ ਹੈ ਜਿਵੇਂ ਰਾਤ ਦੇ ਹਨੇਰੇ ਵਿੱਚ ਪਾਣੀ ਦੇ ਉੱਪਰੋਂ ਦੀ ਸੱਪ ਲੰਘ ਜਾਵੇ ਤੇ ਮਨੁੱਖ ਕਵੇ ਮੈਂ ਦਿਨ ਚੜ੍ਹਦੇ ਉਹਦੀ ਲੀਹ ਲੱਭ ਲਵਾਂਗਾ, ਉਹਦਾ ਨਿਸ਼ਾਨ ਲੱਭ ਲਵਾਂਗਾ। ਰਾਤ ਨੂੰ ਹਨੇਰੇ ਵਿੱਚ ਲੰਘਿਆ ਸੱਪ ਤੇ ਲੰਘਿਆ ਵੀ ਪਾਣੀ ਉੱਪਰੋਂ ਦੀ, ਉਹਦਾ ਕੀ ਪਤਾ ਥੋਹ ਲੱਗੇਗਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਆਪਣੇ ਧਰਮ ਨੂੰ ਛੱਡ ਕਰਕੇ ਹੋਰਾਂ ਧਰਮਾਂ ਦੀਆਂ ਬੁੱਕਾਂ ਕਿਤਾਬਾਂ ਗ੍ਰੰਥ ਪੜ੍ਹੀ ਜਾਣੇ। ਮਹਾਰਾਜ ਕਹਿੰਦੇ ਇੱਦਾਂ ਹੈ ਜਿਵੇਂ ਰਾਤ ਦੇ ਹਨੇਰੇ ਵਿੱਚ ਪਾਣੀ ਉੱਪਰੋਂ ਦੀ ਸੱਪ ਲੰਘ ਜਾਵੇ ਤੇ ਉਹਦਾ ਕੋਈ ਪਤਾ ਥਾਂ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਜਿੰਨਾ ਸਮਾਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਜੁੜਦਾ, ਉਹਦੀ ਬੰਦਗੀ ਨਹੀਂ ਕਰਦਾ, ਉਹਦੇ ਨਾਲ ਪ੍ਰੇਮ ਨਹੀਂ ਪੈਂਦਾ, ਬਾਕੀ ਪੜ੍ਹੀ ਹੋਈ ਵਿਦਿਆ ਸਾਰੀ ਵਿਅਰਥ ਹੈ। ਦੋਹਰਾ ਸੁਣ ਪੰਡਤ ਬਿਨ ਸਤਿਗੁਰੂ ਮਹਾਰਾਜ ਕਹਿੰਦੇ ਹੈ ਵਿਦਵਾਨ ਪੰਡਤ ਪੂਰੇ ਸਤਿਗੁਰੂ ਤੋਂ ਮਾਰਗ ਹਾਥ ਨ ਆਏ। ਜਿਹੜਾ ਇਸ ਪ੍ਰਕਾਰ ਪਰਮਾਰਥ ਦਾ ਪਰਮੇਸ਼ਰ ਦਾ ਮਾਰਗ ਹੈ ਉਹ ਹੱਥ ਨਹੀਂ ਆਉਂਦਾ। ਬਿਨ ਤਾਰੀ ਤਾਰੋ ਭਰਿਓ ਮਹਾਰਾਜ ਕਹਿੰਦੇ ਜਿਵੇਂ ਬਿਨਾਂ ਪੁੱਜੀ ਤੋਂ ਖੁੱਲੇ ਨਾ ਕਰੇ ਉਪਾਏ। ਲੱਗੇ ਹੋਏ ਜਿੱਦੇ ਖੁੱਲ੍ਹਦੇ ਨਹੀਂ, ਭਾਵੇਂ ਜਿੰਨੇ ਮਰਜ਼ੀ ਉਪਾਅ ਕਰ ਲਈਏ। ਜੋ ਪਈ ਪੂਰਨ ਪਹੁੰਚ ਪੁੰਨ ਜਬ ਹੋਈ। ਜਦੋਂ ਕੋਈ ਪੂਰਬਲਾ ਕਰਮ ਪਿਛਲਾ ਚੰਗਾ ਕਰਮ ਜਾਗ ਪਵੇ ਮਿਲਹਿ ਗੁਰੂ ਉਪਦੇਸਿ ਸੋਏ। ਤੇ ਫਿਰ ਗੁਰੂ ਦੇ ਨਾਲ ਮੇਲ ਹੁੰਦਾ ਹੈ ਤੇ ਗੁਰੂ ਦਾ ਉਪਦੇਸ਼ ਦੀ ਪ੍ਰਾਪਤੀ ਹੁੰਦੀ ਹੈ ਜੀ। ਸਾਰਾ ਸਾਰ ਲਿਖਾਵੇ ਜਬੈ। ਤੇ ਜਿਹੜਾ ਪੂਰਾ ਗੁਰੂ ਹੈ ਉਹੀ ਸੰਸਾਰ ਵਿੱਚ ਕੀ ਸੱਚ ਹੈ ਕੀ ਝੂਠ ਹੈ ਉਹੀ ਦੱਸਦਾ ਹੈ। ਗ੍ਰਹਿਣ ਤਿਆਗ ਨੂੰ ਜਾਣੈ ਤਬੈ। ਪੂਰਾ ਗੁਰੂ ਹੀ ਦੱਸਦਾ ਹੈ, ਉਹਦੇ ਕੋਲੋਂ ਹੀ ਪਤਾ ਲੱਗਦਾ ਹੈ ਕਿ ਕਿਹੜੇ ਪਦਾਰਥ ਗ੍ਰਹਿਣ ਕਰਦੇ ਨੇ, ਜੀਵਨ ਅੰਦਰ ਕਿਹੜੀਆਂ ਚੀਜ਼ਾਂ ਨੂੰ ਗ੍ਰਹਿਣ ਕਰਨਾ ਹੈ ਔਰ ਕਿਹਨਾਂ ਨੂੰ ਛੱਡਣਾ ਹੈ। ਮਿਟੈ ਭਰਮ ਚਿਤ ਸ਼ਾਂਤੀ ਪਾਏ। ਜਿਹੜਾ ਪੂਰੇ ਗੁਰੂ ਦਾ ਮੇਲ ਹੈ ਪੰਡਤ ਜੀ ਉਹ ਭਰਮ ਭੁਲੇਖੇ ਮਿਟਾ ਦਿੰਦਾ ਹੈ, ਸ਼ਾਂਤੀ ਪੈਦਾ ਕਰਦਾ ਹੈ। ਨਾਨਕ ਕਲਪਨਾ ਹਿਰਦੈ ਵਸਾਏ। ਜਿਹੜੇ ਮਨ ਦੇ ਅਨੇਕਾਂ ਹੀ ਫੁਰਨੇ ਉੱਠਦੇ ਰਹਿੰਦੇ ਨੇ ਉਹ ਸਾਰੇ ਨਾਸ਼ ਹੋ ਜਾਂਦੇ ਨੇ। ਬਹਿਰ ਵੇਖ ਪਰ ਦ੍ਰਿਸ਼ਟ ਨ ਧਾਰੈ। ਮਹਾਰਾਜ ਕਹਿੰਦੇ ਜੇ
ਜੇਕਰ ਐਸਾ ਹੋਵੇ ਕਿ ਬਾਹਰੀ ਤਾਂ ਧਰਮ ਦਾ ਲਿਬਾਸ ਪਹਿਨਿਆ ਹੋਵੇ ਪਰ ਅੰਦਰ ਆਪਣੇ ਕਦੇ ਵੇਖੇ ਹੀ ਨਾ। ਅੰਤਰਮੁਖੀ ਪ੍ਰੇਤ ਕੋ ਪਾਰੈ, ਜਿਹੜੇ ਐਸੇ ਬਿਰਤੀਆਂ ਨੂੰ ਪਾਲਣ ਵਾਲੇ ਲੋਕ ਨੇ। ਸੁਣ ਪੰਡਤ ਔਰ ਲਿਖੋ ਵਿਚਾਰੀ। ਮਹਾਰਾਜ ਕਹਿੰਦੇ ਹੈ ਪੰਡਤ ਜੀ ਆਪਣੇ ਹਿਰਦੇ ਅੰਦਰ ਇੱਕ ਗੱਲ ਹੋਰ ਵਿਚਾਰ ਲਵੋ। ਜਬ ਲੋ ਮਨ ਮੈਂ ਵਿਸ਼ੇ ਵਿਕਾਰੀ, ਜਦੋਂ ਤੱਕ ਮਨ ਵਿਸ਼ਿਆਂ ਔਰ ਵਿਕਾਰਾਂ ਦੇ ਵਿੱਚ ਗੁਲਤਾਨ ਹੋਵੇ। ਬਹਿਰ ਭੇਖ ਤਬ ਲੋ ਸਭ ਕਾਚਾ, ਮਹਾਰਾਜ ਕਹਿੰਦੇ ਬਾਹਰਲਾ ਜਿਹੜਾ ਧਰਮ ਦਾ ਭੇਖ ਹੈ, ਲਿਬਾਸ ਹੈ, ਇਹ ਸਾਰਾ ਹੀ ਕੱਚਾ ਹੈ ਜੀ। ਸਾਧ ਸੰਚ ਸਾਧ ਸੰਗ ਰੰਚਕ ਨਹਿਰਾਜਾ, ਮਾਨੋ ਉਹ ਝੂਠ ਦੇ ਵਿੱਚ ਹੀ ਲਿਬੜਿਆ ਹੈ, ਸੱਚ ਦੇ ਰੰਗ ਵਿੱਚ ਤਾਂ ਰਤੀ ਭਰ ਵੀ ਰੰਗਿਆ ਨਹੀਂ ਗਿਆ। ਸਹੇ ਸੀਸ ਜਮ ਡੰਡ ਵਿਸਾਲਾ, ਤੇ ਐਸਾ ਮਨੁੱਖ ਜਿਹੜਾ ਧਰਮ ਦੇ ਨਾਮ ਉੱਪਰ ਪਖੰਡ ਕਰਦਾ ਹੈ, ਮਹਾਰਾਜ ਕਹਿੰਦੇ ਜਮਾਂ ਦਾ ਜੋ ਭਾਰੀ ਦੰਡ ਸਹਿੰਦਾ ਹੈ ਜੀ। ਸਦਾ ਫਸੇ ਤ੍ਰਿਸ਼ਨਾ ਕੇ ਜਾਲਾ, ਤੇ ਹਮੇਸ਼ਾ ਹੀ ਤ੍ਰਿਸ਼ਨਾ ਦੇ ਜਾਲ ਵਿੱਚ ਫਸਿਆ ਰਹਿੰਦਾ ਹੈ। ਕਾਮ ਕ੍ਰੋਧ ਮਦਮਾਨ ਮਲੀਨੇ, ਮਹਾਰਾਜ ਕਹਿੰਦੇ ਪੰਜਾਂ ਵਿਕਾਰਾਂ ਦੇ ਵਿੱਚ ਔਰ ਚੰਗੀ ਕੁੱਲ ਚੰਗੇ ਪਦਾਰਥਾਂ ਦਾ ਹੰਕਾਰ ਕਰਦਾ ਹੈ। ਨਿਜ ਸਰੂਪ ਲਖੇ ਨਹਿਮਤਹੀਨੇ, ਤੇ ਜਿਹੜੇ ਮਤ ਤੋਂ ਹੀਣੇ ਲੋਕ ਨੇ, ਥੋੜੀ ਮਤ ਵਾਲੇ ਨੇ, ਉਹ ਆਪਣਾ ਨਿਜ ਜੋ ਆਤਮਾ ਸਰੂਪ ਹੈ ਉਹਦੇ ਬਾਰੇ ਨਹੀਂ ਜਾਣਦੇ। ਪੂਰਬ ਪੁੰਨ ਪੁੰਜ ਹਵੈ ਜਬਹੀ, ਤੇ ਜਦੋਂ ਕਦੇ ਪਿਛਲੇ ਕਰਮਾਂ ਦੇ ਕੀਤੇ ਪੁੰਨ ਮੂਹਰੇ ਆ ਜਾਵਣ, ਮਿਲਹਿ ਕਿਰਪਾ ਕਰ ਸਤਿਗੁਰ ਤਬਹੀ, ਫਿਰ ਹੀ ਪੂਰਾ ਸਤਿਗੁਰੂ ਆਪਣੀ ਕਿਰਪਾ ਧਾਰਨ ਕਰਕੇ ਮਿਲਦਾ ਹੈ। ਨਿਜ ਸਰੂਪ ਕੋ ਦੇਹ ਦਿਖਾਈ, ਤੇ ਜਿਹੜਾ ਗੁਰੂ ਹੈ ਉਹ ਆਤਮਾ ਸਰੂਪ ਤੋਂ ਜਾਣੂ ਕਰਵਾਉਂਦਾ ਹੈ। ਧਰਮ ਕਰਮ ਤੇ ਲਿਖ ਛਡਾਈ, ਜਿਹੜੇ ਭੈੜੇ ਕਰਮ ਹਨ ਔਰ ਜਿਹੜੇ ਭਰਮ ਹਨ ਇਹਨਾਂ ਤੋਂ ਛੁਡਾ ਲੈਂਦਾ ਹੈ। ਅੰਤਾ ਤਿਆਗ ਸਰਬ ਦੁਖ ਹਰਹੀ, ਤੇ ਜਿਹੜੇ ਮਨੁੱਖ ਨੇ ਹੰਕਾਰ ਤਿਆਗ ਦਿੱਤਾ, ਮਾਨੋ ਉਹਨੇ ਸਾਰੇ ਆਪਣੇ ਦੁੱਖ ਨਾਸ਼ ਕਰ ਲਏ ਨੇ। ਪਰਲਪਤ ਸੋ ਪੁੰਜਨ ਕਰਹੀ, ਤੇ ਜੋ ਪਰਮੇਸ਼ਰ ਨੇ ਦਿੱਤਾ ਹੈ ਉਸੇ ਵਿੱਚ ਗੁਜ਼ਾਰਾ ਕਰਦਾ ਹੈ। ਕਾਹੇ ਵਾਸਤ ਕੀ ਕਰਹਿ ਨ ਆਸਾ, ਤੇ ਆਪਣੇ ਆਪ ਵਿੱਚ ਕਿਸੇ ਵੀ ਪਦਾਰਥ ਦੀ ਆਸ ਨਹੀਂ ਰੱਖਦਾ। ਹਿਰਦੈ ਆਨੰਦ ਸਦੀਵ ਨਿਰਾਸਾ, ਜਿਹੜਾ ਆਪਣੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਦੇ ਨਾਲ ਆਨੰਦ ਵਿੱਚ ਰਹਿੰਦਾ ਹੈ ਔਰ ਬਾਹਰੀ ਤੌਰ ਤੇ ਪਦਾਰਥਾਂ ਤੋਂ ਨਿਰਾਸ਼ ਰਹਿੰਦਾ ਹੈ। ਇਹੋ ਸਭ ਪੰਡਤ ਬੰਧਨ ਕੀਨੀ, ਸੁਣ ਕਰਕੇ ਸਤਿਗੁਰਾਂ ਦੇ ਬਚਨ ਵਿਦਵਾਨ ਪੰਡਤ ਨੇ ਨਮਸਕਾਰ ਕੀਤੀ ਹੈ। ਹਿਰਦੈ ਦਵੈਤ ਮਤ ਗਹਿਰ ਰਹਿ ਭੀਨੀ, ਇਸ ਪ੍ਰਕਾਰ ਸਤਿਗੁਰਾਂ ਨੂੰ ਆਪਣਾ ਸੀਸ ਤਾਂ ਝੁਕਾ ਦਿੱਤਾ ਹੈ ਪਰ ਮਨ ਨਾ ਝੁਕਿਆ। ਭਾਈ ਕਾਲਾ ਜੀ ਕਹਿੰਦੇ ਸਰੀਰ ਕਰਕੇ ਤਾਂ ਝੁਕ ਗਿਆ ਹੈ ਪਰ ਜਿਹੜਾ ਮਨ ਹੈ ਉਹ ਦਵੈਸ਼ ਭਾਵਨਾ ਦੇ ਵਿੱਚ ਉਵੇਂ ਹੀ ਸ਼ੰਕਾਵਾਦੀ ਹੈ। ਅੰਦਰ ਜਾਮੀ ਜਾਨੀ ਪੁਰ ਕੀ, ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀਆਂ ਨੇ ਜਾਣਿਆ ਹੈ ਉਸ ਦਾ ਹਿਰਦਾ। ਅਸੋ ਤਾਪ ਸਹਿ ਸਤਿਗੁਰ ਕੀ, ਐਸਾ ਕੌਣ ਹੈ ਜੋ ਗੁਰੂ ਨਾਨਕ ਦੇਵ ਜੀਆਂ ਦੇ ਮੁਕਾਬਲੇ ਉੱਠ ਜਾਵੇ। ਕਹਿਓ ਬਚਨ ਪੰਡਤ ਕਿਤ ਜਾਵਹੁ, ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਹੈ ਪੰਡਤ ਜੀ ਤੁਸੀਂ ਇਸ ਨਗਰ ਨੂੰ ਛੱਡ ਕੇ ਚਲੇ ਜਾਵੋ। ਆਪਣਾ ਗੁਰੂ ਕਰੋ ਜਿਤ ਪਾਵਹੁ, ਤੇ ਆਪਣਾ ਗੁਰੂ ਲੱਭੋ, ਗੁਰੂ ਨੂੰ ਲੱਭ ਕਰਕੇ ਉਸ ਨੂੰ ਧਾਰਨ ਕਰੋ ਜੀ। ਸੁਣੋ ਸੰਤ ਅਬ ਕਿੱਥਾਂ ਜਾਈ, ਤੇ ਪੰਡਤ ਜੀ ਬੋਲੇ ਮਹਾਰਾਜ ਮੈਂ ਭਲਾ ਕਿਸ ਪਾਸੇ ਜਾਵਾਂ। ਗੁਰੂ ਕਰੋ ਤੁਮ ਦੇਹੋ ਬਤਾਈ, ਮਹਾਰਾਜ ਆਪ ਹੀ ਦੱਸ ਦੇਵੋ ਕਿ ਕਿਹੜੇ ਪਾਸੇ ਮੈਨੂੰ ਮੇਰੇ ਗੁਰੂ ਦੀ ਪ੍ਰਾਪਤੀ ਹੋਵੇਗੀ। ਸੋਨਾ ਪਨ ਬੋਲੇ ਕਿਰਪਾ ਨਿਧਾਨਾ, ਸੁਣ ਕਰਕੇ ਕਿਰਪਾ ਦੇ ਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ ਨੇ। ਤਿੰਨ ਦਿਸ ਜਾਹੋ ਬੜੀ ਉਦਿਆਨਾ, ਮਹਾਰਾਜ ਕਹਿੰਦੇ ਜੋ ਇਸ ਪਾਸੇ ਭਾਰੀ ਜੰਗਲ ਹੈ ਇੱਧਰ ਨੂੰ ਚਲੇ ਜਾਵੋ। ਬੈਠੇ ਸੰਤ ਚਾਰ ਦਹ ਥਾਈ, ਤੇ ਰਸਤੇ ਦੇ ਵਿੱਚ ਤੈਨੂੰ 4 ਸੰਤ ਬੈਠੇ ਮਿਲਣਗੇ। ਤੈਨੂੰ ਪੁੱਛੋ ਸੋ ਦੇਹ ਬਤਾਈ,
ਉਹਨਾਂ ਨੂੰ ਪੁੱਛ ਲਵੀ ਕਿ ਮੈਂ ਗੁਰੂ ਦੀ ਪ੍ਰਾਪਤੀ ਵਾਸਤੇ ਆਇਆ ਹਾਂ, ਉਹ ਦੱਸ ਦੇਣਗੇ ਜੀ। ਤਬ ਪੰਡਤ ਗਮਨਿਓ ਤਿਸ ਪਾਸਾ, ਜਿੱਧਰਲੇ ਪਾਸੇ ਪਾਤਸ਼ਾਹ ਨੇ ਦੱਸਿਆ ਸੀ ਉਧਰਲੇ ਪਾਸੇ ਪੰਡਤ ਜਾਣ ਲੱਗਾ ਹੈ। ਦੇਖ ਜਾਏ ਸੰਤ ਸਿਖਰਾਸਾ, ਤੇ ਰਸਤੇ ਦੇ ਵਿੱਚ ਜਦੋਂ ਸੁੱਖਾਂ ਨੂੰ ਦੇਣ ਵਾਲੇ ਇਸ ਪ੍ਰਕਾਰ 4 ਸੰਤਾਂ ਦੇ ਦਰਸ਼ਨ ਹੋਏ ਨੇ। ਕਵੀ ਹਕੀਕਤ ਬੰਧਨ ਕਰਕੇ, ਇਸ ਪ੍ਰਕਾਰ ਆਪਣੀ ਸਾਰੀ ਵਾਰਤਾਲਾਪ ਦੱਸੀ ਕਿ ਸਾਡੇ ਨਗਰ ਵਿੱਚ ਇੱਕ ਸੰਤ ਆਏ ਤੇ ਉਹਨਾਂ ਨੇ ਮੈਨੂੰ ਗੁਰੂ ਧਾਰਨ ਵਾਸਤੇ ਕਿਹਾ ਹੈ ਤੇ ਤੁਹਾਡੇ ਵਾਸਤੇ ਕਿਹਾ ਸੀ ਕਿ ਰਸਤੇ ਵਿੱਚ 4 ਸੰਤ ਮਿਲਣਗੇ, ਉਹ ਗੁਰੂ ਦਾ ਰਸਤਾ ਦਿਖਾਉਣਗੇ। ਜਦੋਂ ਸਾਰਾ ਪ੍ਰਸੰਗ ਆਪਣਾ ਦੱਸਿਆ ਹੈ ਦੁੱਖਾ ਰਹਿਓ ਹਿਰਦੇ ਮਹਿ ਭਰ ਕੇ, ਤੇ ਉਹਨਾਂ ਨੇ ਵੀ ਜਾਣਿਆ ਹੈ ਕਿ ਜੋ ਇਹਦਾ ਹਿਰਦਾ ਹੈ ਉਹ ਦੁੱਖਦਾ ਦੁਆਸ਼ ਭਾਵਨਾ ਦਾ ਭਰਿਆ ਹੈ। ਬੋਲੇ ਸੰਤ ਜਾਨ ਦਹਿਤਾ, ਇਸ ਪ੍ਰਕਾਰ ਫਿਰ ਜਿਹੜੇ ਉਹ 4 ਸੰਤ ਬੋਲੇ ਨੇ। ਤਬ ਗੁਰ ਆਗੇ ਬੀਜਨ ਕੀਤਾ, ਇਸ ਪ੍ਰਕਾਰ ਕਹਿਣ ਲੱਗੇ ਕਿ ਭਾਈ ਅੱਗੇ ਜਾਣਾ ਕਰੋ, ਅੱਗੇ ਇੱਕ ਘਰ ਆਵੇਗਾ, ਉੱਥੇ ਤੇਰਾ ਗੁਰੂ ਹੈ। ਨਿਸ ਦਿਨ ਜਾਮਹਿ ਰਹੇ ਹਿਤ ਧਾਰੀ, ਉਹ ਰਾਤ ਦਿਨ ਇਸ ਪ੍ਰਕਾਰ ਬੜੇ ਪ੍ਰੇਮ ਨੂੰ ਧਾਰਨ ਕਰਕੇ ਉੱਥੇ ਰਹਿੰਦਾ ਹੈ। ਕਰੋ ਗੁਰੂ ਤਹਿ ਜਾਏ ਅਗਾਰੀ, ਅੱਗੇ ਜਾ ਕਰਕੇ ਆਪਣਾ ਗੁਰੂ ਲੱਭ ਲਵੋ ਔਰ ਧਾਰਨ ਕਰੋ। ਸੁਨ ਪੰਡਤ ਆਗੇ ਜਪ ਗਇਓ, ਜਦੋਂ ਵਿਦਵਾਨ ਪੰਡਤ ਉਹਨਾਂ ਦੇ ਬਚਨ ਸੁਣ ਕਰਕੇ ਅੱਗੇ ਚੱਲਿਆ ਹੈ। ਇੱਕ ਮੰਦਰ ਤਬ ਦੇਖਤ ਭਇਓ, ਜਾ ਕਰਕੇ ਜਦੋਂ ਇੱਕ ਸੁੰਦਰ ਮੰਦਰ ਸੁੰਦਰ ਘਰ ਵੇਖਿਆ ਹੈ ਤਹ ਮਹਿ ਦੇਖੀ ਸੁੰਦਰ ਨਾਰੀ, ਤੇ ਉਸ ਘਰ ਦੇ ਵਿੱਚ ਇੱਕ ਸੁੰਦਰ ਔਰਤ ਵੇਖੀ ਹੈ ਭੂਖਣ ਕੇਰ ਸਿੰਗਾਰ ਸਿੰਗਾਰੀ, ਜਿਸ ਨੇ ਆਪਣੇ ਸਰੀਰ ਉੱਪਰ ਬੜੇ ਸੁੰਦਰ ਗਹਿਣੇ ਧਾਰਨ ਕੀਤੇ ਨੇ। ਵਸਤਰ ਕੁਸੁੰਬੀ ਪਹਿਰੇ ਸਾਰੇ, ਔਰ ਬੜੇ ਸੁੰਦਰ ਰੰਗਾਂ ਦੇ ਜਿਸ ਨੇ ਵਸਤਰ ਪਹਿਨੇ ਨੇ। ਖਿਲਤ ਅਕੇਲੀ ਆਨੰਦ ਬੁਝਾਰੇ, ਇਸ ਪ੍ਰਕਾਰ ਘਰ ਦੇ ਅੰਦਰ ਇਕੱਲੀ ਨਜ਼ਰ ਆਉਂਦੀ ਹੈ ਜੀ। ਪੰਡਤ ਹਿਰਦੇ ਆਸ ਅਨੁਮਾਨੀ, ਤੇ ਵੇਖ ਕਰਕੇ ਵਿਦਵਾਨ ਪੰਡਤ ਨੇ ਆਪਣੇ ਮਨ ਹੀ ਮਨ ਵਿੱਚ ਸੋਚਿਆ ਹੈ ਸਖਤ ਬਾਨ ਹੈ ਆਸ ਪਹਿਚਾਨੀ, ਕਿ ਇਹ ਕੋਈ ਔਰਤ ਆਮ ਨਹੀਂ, ਇਹ ਬੜੀ ਸ਼ਕਤੀ ਵਾਲੀ ਹੈ। ਸਿਰ ਨਵਾਏ ਬੰਧਨ ਕੀਨੀ, ਜਦੋਂ ਆਪਣਾ ਸੀਸ ਝੁਕਾਇਆ, ਸਿਰ ਨੀਵਾਂ ਕੀਤਾ, ਉਸ ਨੂੰ ਨਮਸਕਾਰ ਕਰਨ ਲੱਗਾ ਹੈ। ਤਹ ਮਨ ਹੀ ਇਹ ਕੇ ਸਿਰ ਦੀਨੀ, ਤੇ ਉਸ ਨੇ ਛੇਤੀ ਦੇ ਨਾਲ ਆ ਕਰਕੇ ਆਪਣੇ ਪੈਰ ਜੋੜੇ ਦੇ ਸਮੇਤ ਇਹਦੇ ਸਿਰ ਤੇ ਰੱਖਿਆ ਹੈ। ਤਹ ਉੱਪਰ ਬਸ ਚਲਤ ਨਾ ਕੋ, ਇਸ ਪ੍ਰਕਾਰ ਬੜੀ ਉੱਠਣ ਦੀ ਕੋਸ਼ਿਸ਼ ਕਰਦਾ ਹੈ ਪਰ ਸਿਰ ਉੱਪਰ ਨਹੀਂ ਚੱਕਿਆ ਜਾਂਦਾ। ਹਟਿਓ ਸੂਰਤ ਪਾਛੇ ਸੋ, ਤੇ ਪਿੱਛੇ ਨੂੰ ਦੌੜਿਆ, ਪਿੱਛੇ ਨੂੰ ਹਟਿਆ ਹੈ, ਬੜਾ ਝੂਰਦਾ ਹੈ। ਸੰਤਨ ਕੇ ਸਮੀਪ ਜਬ ਆਇਓ, ਤੇ ਉਸ ਘਰ ਤੋਂ ਦੌੜਿਆ ਪਿੱਛੇ ਨੂੰ ਜਿੱਥੇ 4 ਸੰਤ ਬੈਠੇ ਸਨ ਉੱਥੇ ਆਇਆ ਹੈ। ਹਸੇ ਬਿਲੋਕਤ ਬਚਨ ਅਲਾਇਓ, ਉਹ ਜਿਹੜੇ 4 ਸੰਤ ਸਨ ਇਸ ਨੂੰ ਵੇਖ ਕਰਕੇ ਹੱਸਣ ਲੱਗੇ ਤੇ ਕਹਿੰਦੇ ਨੇ, ਕਿਆ ਦੂਰ ਨਾ ਤੂੰ ਮੁੜ ਕੇ ਆਵਾ, ਕਹਿਣ ਲੱਗੇ ਪੰਡਤ ਜੀ ਤੁਸੀਂ ਤਾਂ ਆਪਣਾ ਗੁਰੂ ਧਾਰਨ ਕਰਨ ਵਾਸਤੇ ਗਏ ਸੀ, ਫਿਰ ਛੇਤੀ ਕਿਉਂ ਮੁੜ ਆਏ। ਕੀਓ ਗੁਰੂ ਕੈ ਤੋਤੇ ਨਾ ਪਾਵਾ, ਇਸ ਪ੍ਰਕਾਰ ਕਿਉਂ ਗੁਰੂ ਦੇ ਦਰਸ਼ਨ ਨਹੀਂ ਹੋਏ ਤੇ ਕਿਉਂ ਗੁਰੂ ਨੂੰ ਧਾਰਨ ਨਹੀਂ ਕੀਤਾ। ਪੰਡਤ ਲੱਜਤ ਬੋਲਿਓ ਬਾਣੀ, ਬੜਾ ਸ਼ਰਮਸਾਰ ਹੋਇਆ ਪੰਡਤ ਬੋਲਿਆ ਹੈ। ਦੇਹ ਕਰ ਮਹਿ ਇੱਕ ਨਾਰ ਮਹਾਨੀ, ਕਿ ਜਿਸ ਘਰ ਦੇ ਵਿੱਚ ਤੁਸੀਂ ਮੈਨੂੰ ਘੱਲਿਆ ਹੈ ਉਸ ਘਰ ਵਿੱਚ ਇੱਕ ਬੜੀ ਮਹਾਨ ਔਰਤ ਰਹਿੰਦੀ ਹੈ। ਕਰੂਰ ਸੁਭਾਵ ਹੈ ਜਿਸ ਕੇਰਾ, ਜਿਸ ਦਾ ਸੁਭਾਅ ਬੜਾ ਕਰੜਾ ਹੈ ਜੀ। ਬੇਮਹਤਾਜ ਕੇ ਮਾਨ ਘਨੇਰਾ, ਤੇ ਜਿਹੜਾ ਜਿਸ ਦਾ ਹਿਰਦਾ ਬੜੇ ਮਾਣ ਹੰਕਾਰ ਨਾਲ ਭਰਿਆ ਹੈ। ਸੁਣ ਸੰਤਨ ਮਨ ਬੈਨ ਅਲਾਇਓ, ਤੇ ਸੁਣ ਕਰਕੇ ਜਿਹੜੇ 4 ਸੰਤ ਸਨ ਇਸ ਪੰਡਤ ਨੂੰ ਸਮਝਾਉਂਦੇ ਨੇ। ਸੋ ਗੁਰਤਬ ਜਿਹ ਮਨ ਲਾਇਓ, ਇਸ ਪ੍ਰਕਾਰ ਜੋ ਪੰਡਤ ਜੀ ਆਪ ਜੀਆਂ ਦੇ ਮਨ ਅੰਦਰ ਦਿਨ ਰਾਤ ਚੱਲਦਾ ਰਹਿੰਦਾ ਹੈ, ਐਸੇ ਹੀ ਗੁਰੂ ਦੀ ਆਪ ਜੀਆਂ ਨੂੰ ਪ੍ਰਾਪਤੀ ਹੋਵੇਗੀ। ਨਿਸਾ ਤੇ ਉਸ ਜਿਹ ਕੀ ਲਿਵ ਉਰ ਮੈਂ, ਮਹਾਰਾਜ ਇਸ ਪ੍ਰਕਾਰ
ਪ੍ਰਕਾਰ ਜਿਹੜੇ ਚਾਰ ਸੰਤ ਉਹ ਕਹਿੰਦੇ ਨੇ ਪੰਡਤ ਜੀ ਦਿਨ ਰਾਤ ਆਪ ਜੀਆਂ ਦਾ ਮਾਇਆ ਅੰਦਰ ਗੁਣਤਾਨ ਰਹਿੰਦਾ ਹੈ। ਲਖੀਐ ਸੋ ਲਖਮੀ ਤਹਿ ਘਰ ਮੈਂ। ਤੇ ਜਿਸ ਘਰ ਦੇ ਵਿੱਚ ਜਾ ਕਰਕੇ ਤੂੰ ਵੇਖਿਆ ਹੈ ਉਹ ਹੋਰ ਕੋਈ ਨਹੀਂ, ਉਹ ਆਪ ਲక్ష్ਮੀ ਸੀ। ਤਿਹ ਕੋ ਪਾਏ ਨਹੀਂ ਤ੍ਰਿਪਤਾਨਾ। ਜਿਸ ਲక్ష్ਮੀ ਜਿਸ ਮਾਇਆ ਨੂੰ ਪਾ ਪਾ ਕੇ ਤੂੰ ਰਜਦਾ ਨਹੀਂ। ਤ੍ਰਿਸ਼ਨਾ ਅਤਕ ਹੈ ਅਤਕ ਬਧਾਨਾ। ਤੇ ਹਰ ਰੋਜ਼ ਮਾਇਆ ਦੀ ਤ੍ਰਿਸ਼ਨਾ ਤੇਰੇ ਅੰਦਰ ਵੱਧਦੀ ਰਹਿੰਦੀ ਹੈ। ਸ੍ਰੀ ਨਾਨਕ ਕਤ ਦਾ ਕੋ ਤਿਆਗੀ। ਜਿਹੜਾ ਪੂਰਾ ਗੁਰੂ ਨਾਨਕ ਦੇਵ ਜੀ ਮੁਕਤੀ ਦਾਤਾ ਤੈਨੂੰ ਮਿਲਿਆ ਸੀ ਉਸ ਨੂੰ ਤੂੰ ਛੱਡ ਆਇਆ ਹੈ। ਭਗਤ ਫਿਰਤ ਅਪਰ ਅਨੁਰਾਗੀ। ਪੂਰੇ ਗੁਰੂ ਨੂੰ ਛੱਡ ਕੇ ਤੂੰ ਜੰਗਲਾਂ ਦੇ ਵਿੱਚ ਭਰਮਦਾ ਫਿਰਦਾ ਹੈ। ਜਾਏ ਛਿਵਾਪਨ ਕੋਕਰ ਬਾਬੂ। ਜਾ ਦੌੜ ਕੇ ਜਾ ਗੁਰੂ ਨਾਨਕ ਦੇਵ ਜੀਆਂ ਦੇ ਪਾਸ ਆਪਣੀਆਂ ਭੁੱਲਾਂ ਬਖਸ਼ਾ ਲੈ। ਸਰਦਾ ਧਾਰ ਅਡੋਲ ਮਨ ਲਾਭੋ। ਇਸ ਪ੍ਰਕਾਰ ਪੂਰਨ ਸ਼ਰਧਾ ਉਹਨਾਂ ਉੱਪਰ ਧਾਰਨ ਕਰ ਜੋ ਮਨ ਤੇਰਾ ਡੋਲਦਾ ਹੈ ਡੋਲਣ ਨਾ ਦੇਵੀ। ਕਰਮੋ ਗੁਰੂਗਤ ਹੋਵਹਿ ਤੇਰੀ। ਗੁਰੂ ਨਾਨਕ ਦੇਵ ਜੀਆਂ ਨੂੰ ਗੁਰੂ ਧਾਰਨ ਕਰ ਫੇਰ ਹੀ ਤੇਰੀ ਗਤੀ ਮੁਕਤੀ ਹੋਵੇਗੀ। ਬਾਹਰ ਅੰਗ ਪਾਵਹਿ ਜਗ ਮਹਿ ਫੇਰੀ। ਐਸੇ ਗੁਰੂ ਦੇ ਲੜ ਲੱਗਣਾ ਕਰ ਜਿਸ ਦੇ ਨਾਲ ਜਨਮ ਮਰਨ ਦੇ ਜੋ ਵੇਲੇ ਹਨ ਇਹ ਕੱਟੇ ਜਾਵਣਾ। ਸੁਣ ਪੰਡਤ ਸਰਦਾ ਧਰ ਪੂਰੀ। ਸੁਣ ਕਰਕੇ ਉਸ ਪੰਡਤ ਨੇ ਬੜੀ ਸ਼ਰਧਾ ਧਾਰਨ ਕੀਤੀ ਹੈ। ਆਨ ਲੀਨ ਪੰਕਜ ਪਦ ਧੂਰੀ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀਆਂ ਦੇ ਪਾਸ ਆ ਕੇ ਚਰਨ ਧੂੜ ਪ੍ਰਾਪਤ ਕੀਤੀ ਹੈ ਜੀ। ਉਤੇ ਸਚੀ ਦਵੈਤ ਵਿਸਾਰੀ। ਜਿਹੜੇ ਮਨ ਦੇ ਅੰਦਰ ਸ਼ੰਕੇ ਸੀ ਦੁਆਸ਼ ਭਾਵਨਾ ਸਾਰੀ ਨਾਸ਼ ਹੋਈ ਹੈ। ਬਾਹੁਲ ਲੈਨ ਭਇਓ ਅਧਿਕਾਰੀ। ਇਹ ਸਤਿਗੁਰਾਂ ਦੇ ਚਰਨ ਪਾਵਨ ਦਾ ਹੱਕਦਾਰ ਬਣਿਆ ਹੈ। ਸ੍ਰੀ ਗੁਰ ਕਰਿਓ ਦੁਰਮਤ ਦੂਰੀ। ਗੁਰੂ ਨਾਨਕ ਦੇਵ ਜੀਆਂ ਨੇ ਇਸ ਪ੍ਰਕਾਰ ਉਸ ਵਿਦਵਾਨ ਪੰਡਤ ਦੀ ਖੋਟੀ ਮਤ ਦੂਰ ਕੀਤੀ ਹੈ। ਵੇਤ ਭਲੇ ਪਦ ਪਾਹੁਲ ਰੂਰੀ। ਮਹਾਰਾਜ ਜੀਆਂ ਨੇ ਚਰਨ ਪਾਉ ਦੀ ਬਖਸ਼ਿਸ਼ ਕੀਤੀ ਹੈ ਜੀ। ਧਰਮਸ਼ਾਲਾ ਮਹਿ ਸੋ ਬੈਸਾਇਓ। ਜੋ ਉਸ ਨਗਰ ਦੇ ਅੰਦਰ ਇੱਕ ਸੁੰਦਰ ਧਰਮਸ਼ਾਲਾ ਤਿਆਰ ਕਰਵਾਈ ਸੀ ਉਸ ਧਰਮਸ਼ਾਲਾ ਦੇ ਅੰਦਰ ਉਸ ਨੂੰ ਮੁਖੀ ਥਾਪਿਆ ਹੈ। ਨਾਮਦਾਨ ਇਸਨਾਨ ਦ੍ਰਿੜਾਇਓ। ਤੇ ਉਸ ਨੂੰ ਅੰਮ੍ਰਿਤ ਵੇਲੇ ਦਾ ਇਸ਼ਨਾਨ ਦੇ ਬਾਅਦ ਨਾਮ ਔਰ ਕਿਰਤ ਕਮਾਈ ਵਿੱਚ ਦਾਨ ਦਾ ਉਪਦੇਸ਼ ਦਿੱਤਾ ਹੈ। ਸਿੱਖੀ ਮਗ ਮਹਿ ਬਹੁ ਨਰ ਆਏ। ਇਸ ਪ੍ਰਕਾਰ ਉਸ ਨਗਰ ਵਿੱਚ ਰਹਿੰਦਿਆਂ ਬਹੁਤੇ ਗੁਰੂ ਦੇ ਸਿੱਖ ਬਣੇ ਨੇ। ਸਿਮਰਹਿ ਸਤਿਗੁਰ ਕੋਵਿਲ ਲਿਵ ਲਾਏ। ਤੇ ਸਤਿਗੁਰਾਂ ਨੂੰ ਲਿਵ ਲਾ ਕਰਕੇ ਸਿਮਰਦੇ ਨੇ ਜੀ। ਕਿੰਕ ਦਿਵਸ ਗੁਰ ਰਾਖਿਓ ਡੇਰਾ। ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਉਸ ਨਗਰ ਵਿੱਚ ਟਿਕੇ ਰਹੇ ਨੇ। ਭਾਵ ਭਗਤ ਵਿਸਤਾਰ ਘਨੇਰਾ। ਮਹਾਰਾਜ ਜੀਆਂ ਨੇ ਪ੍ਰੇਮਾ ਭਗਤੀ ਦਾ ਬੜਾ ਫੈਲਾਅ ਕੀਤਾ ਹੈ। ਤਿਨ ਤੇ ਵਿਦਾ ਹੋਏ ਪਰ ਆਈ। ਇਸ ਪ੍ਰਕਾਰ ਮਹਾਰਾਜ ਇਸ ਨਗਰ ਤੋਂ ਵਿਦਾ ਹੋਏ ਚਾਲੇ ਪਾਏ ਨੇ। ਅਮਰਥਾਨ ਗਮਨੇ ਜਗ ਸਾਈ। ਜਗ ਸੁਆਮੀ ਗੁਰੂ ਨਾਨਕ ਦੇਵ ਜੀ ਅੱਗੇ ਚੱਲੇ ਨੇ ਜੀ। ਅਨਕ ਨਰਨ ਕੋ ਕੀਨ ਉਧਾਰਾ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀਆਂ ਨੇ ਅਨੇਕਾਂ ਹੀ ਮਨੁੱਖਾਂ ਦਾ ਉੱਥੇ ਉਧਾਰ ਕੀਤਾ ਹੈ। ਗੁਰਬਨ ਕੋ ਜਿਨ ਕਰਬ ਨਿਵਾਰਾ। ਇਸ ਪ੍ਰਕਾਰ ਜਿਹੜੇ ਹੰਕਾਰ ਦੇ ਭਰੇ ਹੋਏ ਲੋਕ ਸਨ ਮਹਾਰਾਜ ਜੀਆਂ ਨੇ ਉਹਨਾਂ ਦਾ ਹੰਕਾਰ ਤੋੜਿਆ ਦੂਰ ਕੀਤਾ ਹੈ। ਦੋਹਰਾ ਸਿੰਧ ਮਹਾਨਦ ਕੇ ਉਰੇ। ਇੱਕ ਬੜਾ ਭਾਰੀ ਸਮੁੰਦਰ ਹੈ ਸਮੁੰਦਰ ਵਿੱਚੋਂ ਨਦੀ ਨਿਕਲਦੀ ਹੈ ਮਹਾਰਾਜ ਉਸ ਦੇ ਕਿਨਾਰੇ। 25 ਕੋਸ ਪ੍ਰਥਾਨ। ਮਹਾਰਾਜ ਦੇ 25 ਕੋਹਾਂ ਤੱਕ ਚੱਲੇ ਨੇ ਜੀ। ਗਰ ਵਿੱਚੋਂ ਕੋਸਕ ਤਹਾਂ। ਮਹਾਰਾਜ ਜੀਆਂ ਨੇ ਬੜੇ ਉੱਚੇ ਪਹਾੜ ਔਰ ਉੱਚੇ ਉੱਚੇ ਰੁੱਖ ਵੇਖੇ ਨੇ। ਦੇਖਿਓ ਕਿਰਪਾ ਨਿਧਾਨ। ਕਿਰਪਾ ਦੇ ਖਜ਼ਾਨੇ ਚਾਰ ਸ਼ਫੇਰਾ ਵੇਖਦੇ ਨੇ ਜੀ। ਚੌਪਈ ਤਰਵਰ ਹਰਦ ਤਰੇ ਖਲ ਸੁੰਦਰ। ਇਸ ਪ੍ਰਕਾਰ ਜਿਹੜੇ ਬੜੇ ਵੱਡੇ ਵੱਡੇ ਰੁੱਖ ਸਨ ਉਹਨਾਂ ਰੁੱਖਾਂ ਦੇ ਥੱਲੇ ਬੜੀ ਸੁੰਦਰ ਜਗ੍ਹਾ ਵੇਖੀ ਹੈ। ਬੈਠੇ ਗੁਰੂ ਸਗਲ ਗੁਣ ਮੰਦਰ। ਗੁਣਾਂ ਦੇ ਘਰ ਗੁਰੂ ਨਾਨਕ ਦੇਵ ਜੀ ਉਹਨਾਂ ਰੁੱਖਾਂ ਥੱਲੇ ਵਿਰਾਜੇ ਨੇ।
ਸਹਿਜ ਸੁਭਾਇਕ ਕੇਤਕ ਕਾਲਾ ਇਸ ਪ੍ਰਕਾਰ ਸੁਤੇ ਸਤ ਹੀ ਜਦੋਂ ਕੁਝ ਸਮਾਂ ਬੀਤ ਗਇਓ ਸਥਾਨ ਕਿਰਪਾਲਾ ਕਿਰਪਾਲੂ ਸਤਿਗੁਰੂ ਗੁਰੂ ਨਾਨਕ ਦੇਵ ਜੀਆਂ ਨੂੰ ਬਤੀਤ ਹੋਇਆ ਹੈ। ਮਰਦਾਨੇ ਕੋ ਜਲ ਕੀ ਚਾਹੂ ਤੇ ਭਾਈ ਮਰਦਾਨੇ ਨੂੰ ਇਸ ਪ੍ਰਕਾਰ ਜਲ ਛਕਣ ਦੀ ਪਿਆਸ ਲੱਗੀ ਹੈ। ਭਇਓ ਕਿਰਪਾ ਕਰ ਕਹੇ ਗੁਰਪਾਹੂ ਤੇ ਜਲ ਦੀ ਪਿਆਸ ਦੇ ਕਾਰਨ ਬੜਾ ਭਾਰੀ ਦੁਖੀ ਹੋਇਆ ਹੈ। हे ਪ੍ਰਭ ਇਹਾਂ ਨੀਰ ਨਹਿ ਤੇ ਨੀਰੈ ਗੁਰੂ ਨਾਨਕ ਦੇਵ ਜੀਆਂ ਤਾਈਂ ਪੁੱਛਦਾ ਹੈ, ਮਹਾਰਾਜ ਇੱਥੇ ਕੋਈ ਜਲ ਦਾ ਸੋਮਾ ਨਜ਼ਰ ਨਹੀਂ ਆਉਂਦਾ। ਕਾਰਨ ਪਾਣ ਕੀ ਇੱਛਾ ਮੇਰੇ ਮਨ ਦੇ ਅੰਦਰ ਜਲ ਛਕਣ ਦੀ ਬਹੁਤੀ ਇੱਛਾ ਜਾਗੀ ਹੈ। ਰੱਬ ਕੋ ਸਭ ਗਿਆਤਾ ਹੈ ਮਹਾਰਾਜ ਤੁਹਾਨੂੰ ਤਾਂ ਖੰਡਾਂ ਬ੍ਰਹਮੰਡਾਂ ਦਾ ਗਿਆਨ ਹੈ। ਕਰਮ ਬਤਾਵਨ ਜਗਠਾ ਲਹੈ ਮਹਾਰਾਜ ਕਿੱਧਰਲੇ ਪਾਸੇ ਜਲ ਵਹਿੰਦਾ ਹੈ, ਕਿੱਥੇ ਕਿ ਮੈਨੂੰ ਜਲ ਮਿਲੇਗਾ, ਦੱਸਣਾ ਕਰੋ ਜੀ। ਜੇ ਨੇਰੇ ਨਹਿ ਚਲੋ ਅਗਾਰੀ ਜੇ ਮਹਾਰਾਜ ਇੱਥੇ ਜਲ ਹਲੇ ਨਹੀਂ ਮਿਲਣਾ ਤੇ ਆਪਾਂ ਅੱਗੇ ਚੱਲੀਏ। ਬੈਠੋ ਤਹਿ ਜਹ ਸੁੰਦਰ ਬਾਰੀ ਮਹਾਰਾਜ ਜਿੱਥੇ ਸੁੰਦਰ ਜਲ ਠੰਡਾ ਜਲ ਵਹਿੰਦਾ ਹੋਵੇਗਾ ਉਸ ਦੇ ਕਿਨਾਰੇ ਬਿਰਾਜੀਏ ਜੀ। ਸ੍ਰੀ ਨਾਨਕ ਸੁਣ ਕੇ ਕਹਿ ਬਾਣੀ ਸੁਣ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ ਨੇ, ਕਰੋ ਪਾਨ ਇਤਿ ਟਿਕ ਪਾਣੀ ਮਹਾਰਾਜ ਕਹਿੰਦੇ ਭਾਈ ਮਰਦਾਨਾ ਤੁਹਾਨੂੰ ਇੱਥੇ ਹੀ ਜਲ ਪ੍ਰਾਪਤ ਹੋਵੇਗਾ। ਉੱਪਰ ਗਿਰ ਕੇ ਚੜ੍ਹੋ ਅਗਾਰੀ ਜਿਹੜਾ ਇਹ ਉੱਚਾ ਪਹਾੜ ਨਜ਼ਰ ਆਉਂਦਾ ਹੈ ਇਹਦੇ ਉੱਪਰ ਚੜ ਜਾਵੋ। ਤਹਿ ਫਕੀਰ ਇੱਕ ਬਲੀ ਕੰਧਾਰੀ ਤੇ ਉਸ ਪਹਾੜ ਦੇ ਉੱਪਰ ਇੱਕ ਫਕੀਰ ਬੈਠਾ ਹੈ ਜਿਸ ਦਾ ਨਾਮ ਬਲੀ ਕੰਧਾਰੀ ਹੈ। ਸੰਗਤ ਜੀ ਇਹ ਕੰਧਾਰ ਇਲਾਕੇ ਦਾ ਰਹਿਣ ਵਾਲਾ ਸੀ ਔਰ ਸ਼ਕਤੀਆਂ ਦਾ ਮਾਲਕ ਹੋਣ ਕਰਕੇ ਇਸ ਨੂੰ ਬੜੇ ਬਲ ਵਾਲਾ ਬਲੀ ਕਹਿੰਦੇ ਸੀ ਤੇ ਨਗਰ ਦੇ ਲੋਕ ਇਸ ਨੂੰ ਬਲੀ ਕੰਧਾਰੀ ਕਹਿ ਕੇ ਪਹਿਚਾਣਦੇ ਸੀ। ਤਪੋ ਕਰਤ ਪ੍ਰੀਤ ਕੋ ਲਾਏ ਜਿਹੜਾ ਬੜਾ ਪ੍ਰੇਮ ਦੇ ਨਾਲ ਜਪ ਤਪ ਪਹਾੜ ਦੇ ਉੱਪਰ ਕਰਦਾ ਹੈ। ਜਹ ਪ੍ਰਲੋਕ ਬਿਖਸਤ ਪਾਏ ਭਾਈ ਮਰਦਾਨਾ ਜੀ ਉਹ ਜਿਹੜਾ ਬਲੀ ਕੰਧਾਰੀ ਹੈ ਉਹ ਲੋਕ ਅਤੇ ਪਰਲੋਕ ਦੇ ਸੁਖ ਚਾਹੁੰਦਾ ਹੈ। ਤਰਕ ਦਿਖੇ ਸਮ ਸੋਹੈ ਤੇਰੀ ਜਿਵੇਂ ਤੇਰਾ ਮੁਸਲਮਾਨਾਂ ਦੇ ਘਰ ਦਾ ਜਨਮ ਹੈ ਉਹ ਵੀ ਮੁਸਲਮਾਨ ਹੈ। ਕਰਬੋ ਜਾਤਨਾ ਤਹਿ ਜਲ ਕੇਰੀ ਭਾਈ ਮਰਦਾਨਾ ਜੀ ਪਹਾੜ ਦੇ ਉੱਪਰ ਚੜ ਜਾਵੋ। ਉੱਪਰ ਬਲੀ ਕੰਧਾਰੀ ਨਾਮ ਦਾ ਫਕੀਰ ਹੈ, ਉਹ ਤੇ ਜਾ ਕੇ ਜਲ ਮੰਗ ਲਵੋ। ਕਰਕੇ ਪਾਨ ਆਏ ਹੈ ਜਾਵਤ ਜਦੋਂ ਤੱਕ ਤੁਸੀਂ ਉੱਪਰੋਂ ਜਲ ਛਕ ਕੇ ਮੁੜਦੇ ਨਹੀਂ। ਇਸ ਦਰ ਤਰੇ ਟਿਕੇ ਹਮ ਤਾਕਤ ਮੈਂ ਔਰ ਭਾਈ ਬਾਲਾ ਇਹਨਾਂ ਰੁੱਖਾਂ ਦੇ ਥੱਲੇ ਹੀ ਬੈਠੇ ਹਾਂ। ਸ੍ਰੀ ਗੁਰ ਤੇ ਸੁਣਕਰ ਤਬ ਚਾਲਾ ਸੁਣ ਕਰਕੇ ਗੁਰੂ ਨਾਨਕ ਦੇਵ ਜੀਆਂ ਤੋਂ ਇਸ ਪ੍ਰਕਾਰ ਭਾਈ ਮਰਦਾਨਾ ਜੀ ਚੱਲੇ ਨੇ। ਕੇਰੇ ਪਰ ਜਾਹੇ ਤੀਰ ਕੀ ਸਾਦਾ ਤੇ ਜਦੋਂ ਪਹਾੜ ਦੇ ਉੱਪਰ ਜਾ ਕੇ ਉਸ ਪੀਰ ਦਾ ਘਰ ਵੇਖਿਆ ਹੈ। ਸਨੇ ਸਨੇ ਚਲ ਕੇ ਮਰਦਾਨਾ ਹੌਲੀ ਹੌਲੀ ਚੱਲਦਾ ਭਾਈ ਮਰਦਾਨਾ ਜੀ ਘਰ ਅੰਦਰ ਪਹੁੰਚਿਆ ਹੈ। ਕਰਿਓ ਬਲੋਕਨ ਸੋਸ ਬਖਾਨਾ ਜਦੋਂ ਐਸਾ ਸੁੰਦਰ ਥਾਂ ਭਾਈ ਮਰਦਾਨੇ ਨੇ ਵੇਖਿਆ ਹੈ। ਬਲੀ ਕੰਧਾਰੀ ਬੈਠਿਓ ਜਹਾਂ ਤੇ ਜਿਹੜਾ ਬਲੀ ਕੰਧਾਰੀ ਫਕੀਰ ਹੈ ਉਹ ਵੀ ਸਾਹਮਣੇ ਬੈਠਾ ਹੈ। ਰਾਖਿਓ ਨੀਰ ਰੋਕ ਕੁਛ ਤਹਾਂ ਪੌਲਿਕ ਜਲ ਉਸਨੇ ਆਪਣੇ ਸਰੋਵਰ ਦੇ ਅੰਦਰ ਰੋਕਿਆ ਹੋਇਆ ਹੈ। ਕਰੀ ਬੰਦਗੀ ਹਵੈ ਕਰ ਤੀਰਾ ਇਸ ਪ੍ਰਕਾਰ ਬੜੀ ਬੰਦਨਾ ਨਮਸਕਾਰ ਭਾਈ ਮਰਦਾਨੇ ਨੇ ਉਸ ਦੇ ਨੇੜ ਪਹੁੰਚ ਕੇ ਕੀਤੀ ਹੈ। ਮੁਝਕੋ ਤ੍ਰਿਖਾ ਦੇਖੋ ਜਲ ਕੀਰਾ ਤੇ ਕਹਿਣ ਲੱਗਾ ਹੈ ਵੀਰ ਜੀ ਮੈਨੂੰ ਬੜੀ ਪਿਆਸ ਲੱਗੀ ਹੈ, ਜਲ ਛਕਾਵੋ। ਨਿਕਟ ਨ ਮੋਕੋ ਕਹਿਠਾ ਪਾਇਓ ਮੈਂ ਪਹਾੜ ਦੇ ਥੱਲੇ ਬੜਾ ਲੱਭਿਆ, ਮੈਨੂੰ ਕਿਤੇ ਵੀ ਜਲ ਨਜ਼ਰ ਨਾ ਆਇਆ। ਜਾਂਦੇ ਚਲ ਸੁਨ ਸੁਧ ਮੈਂ ਆਇਓ ਤੇ ਆਪ ਜੀਆਂ ਦੇ ਖਬਰ ਸੁਣ ਕਰਕੇ ਆਪ ਜੀਆਂ ਕੋਲ ਜਲ ਹੈ ਇਹ ਸੁਣ ਕਰਕੇ ਆਇਆ ਹਾਂ। ਸੋਨਤ ਬੋਲਿਓ ਬਲੀ ਕੰਧਾਰੀ ਭਾਈ ਮਰਦਾਨੇ ਦੇ ਬਚਨ ਸੁਣ ਕਰਕੇ ਬਲੀ ਕੰਧਾਰੀ ਬੋਲਿਆ ਹੈ। ਕੌਣ ਦੇਸ ਤੇ ਤੂੰ ਤ੍ਰਿਕ ਭਾਰੀ ਤੇ ਭਾਈ ਤੁਸੀਂ ਕਿਸ ਦੇਸ਼ ਤੋਂ ਆਏ ਹੋ ਜਿਹੜੀ ਇੰਨੀ ਪਿਆਸ ਲੱਗੀ ਹੈ? ਆਹੇ ਏਕ ਲੋਕ ਕਹਿ ਸੰਗਾ ਤੁਸੀਂ ਇਕੱਲੇ ਹੋ ਜਾਂ ਤੁਹਾਡੇ ਨਾਲ ਵੀ ਕੋਈ ਆਇਆ ਹੈ? ਇੱਧਰ ਇਸ ਆਇਓ
ਮਰਦਾਨੇ ਨੇ ਸਾਰਾ ਬਿਰਤਾਂਤ ਉਸ ਨੂੰ ਦੱਸਿਆ ਹੈ ਦਾਤਾ ਗੁਰੂ ਨਾਨਕ ਬਖਿਆਤ ਕਿ ਮੈਂ ਜੋ ਤਪਾ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਨਾਲ ਆਇਆ ਹਾਂ ਦੇਸ਼ ਪੰਜਾਬ ਲਖੇ ਸਭ ਕੋਈ ਤੇ ਸਾਰੇ ਜਾਣਦੇ ਨੇ ਕਿ ਅਸੀਂ ਪੰਜਾਬ ਦੇਸ਼ ਦੇ ਰਹਿਣ ਵਾਲੇ ਹਾਂ ਵਿੱਚ ਰਹੀ ਚਿਤ ਕਿਤ ਥਲ ਅਵਲੋਈ ਇਸ ਪ੍ਰਕਾਰ ਅਸੀਂ ਧਰਤੀ ਦੀ ਚਾਰਾਂ ਦਿਸ਼ਾਵਾਂ ਅੰਦਰ ਵਿਚਰਦੇ ਹਾਂ ਹਿੰਦੂ ਤੁਰਕ ਸਮਹੀ ਮਨ ਤੇ ਹੈ ਗੁਰੂ ਨਾਨਕ ਦੇਵ ਜੀਆਂ ਦਾ ਜੋ ਹੁਕਮ ਹੈ ਉਹ ਹਿੰਦੂ ਔਰ ਤੁਰਕ ਦੋਨੋਂ ਹੀ ਮੰਨਦੇ ਨੇ ਇੱਕ ਤੁਰਕ ਹੈ ਇੱਕ ਪੀਰ ਬਖਾਨ ਹੈ ਜਿਹੜੇ ਹਿੰਦੂ ਲੋਕ ਨੇ ਉਹ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਸਾਡੇ ਗੁਰੂ ਨੇ ਤੇ ਜਿਹੜੇ ਤੁਰਕ ਲੋਕ ਨੇ ਉਹ ਕਹਿੰਦੇ ਨੇ ਕਿ ਸਾਡੇ ਪੀਰ ਹਨ ਬਾੜ ਅਜੰਤੀ ਪਰਖੇ ਤਿਨ ਪਾਇਨ ਇਸ ਪ੍ਰਕਾਰ ਬੜੀ ਵੱਡੀ ਸ਼ਕਤੀ ਦੇ ਮਾਲਕ ਨੇ ਮੇਰੇ ਦਾਤਾ ਜੀ ਤਰਹਿ ਅਕਾਲੀ ਬ੍ਰਿੰਦ ਉਪਾਇਨ ਤੇ ਨਗਰਾਂ ਦੇ ਜਿਹੜੇ ਵੱਡੇ ਵੱਡੇ ਰਾਜੇ ਸ਼ਾਹੂਕਾਰ ਉਹਨਾਂ ਨੂੰ ਭੇਟਾ ਦਾਨ ਕਰਦੇ ਨੇ ਤਨ ਕੇ ਸੰਗ ਰਬਾਬੀ ਮੋਹ ਤੇ ਹੈ ਮੈਂ ਐਸੇ ਗੁਰੂ ਨਾਨਕ ਦੇ ਨਾਲ ਰਬਾਬੀ ਹਾਂ ਉਹਨਾਂ ਦਾ ਸਾਥੀ ਹਾਂ ਸੁੰਦਰ ਸ਼ਬਦ ਗਾਵਨੇ ਤੇ ਕਹਿਓ ਮੈਂ ਬੜੇ ਸੁੰਦਰ ਸ਼ਬਦ ਸਤਿਗੁਰਾਂ ਦੇ ਨਾਲ ਗਾਉਂਦਾ ਵਜਾਉਂਦਾ ਹਾਂ ਗਹਿਰੇ ਡਿਗ ਤਰਕੇ ਤਾਰ ਸੋ ਵੈਸੇ ਇਸ ਪ੍ਰਕਾਰ ਉਹ ਪਹਾੜ ਦੇ ਥੱਲੇ ਰੁੱਖਾਂ ਦੇ ਕੋਲ ਬੈਠੇ ਨੇ ਦੇਵੋ ਜਲ ਪ੍ਰਸੰਗ ਹੈ ਐਸੇ ਤੇ ਮੈਨੂੰ ਜਲ ਛਕਾਉਣਾ ਕਰੋ ਮੈਂ ਹੁਣ ਆਪ ਜੀਆਂ ਨੂੰ ਸਾਰੀ ਇਸ ਪ੍ਰਕਾਰ ਕਹਾਣੀ ਦੱਸੀ ਹੈ ਕੀਰਤ ਜਦ ਸ੍ਰੀ ਗੁਰੂ ਉਚਾਰੀ ਜਦੋਂ ਭਾਈ ਮਰਦਾਨੇ ਨੇ ਗੁਰੂ ਨਾਨਕ ਦੇਵ ਜੀਆਂ ਦੀ ਵਡਿਆਈ ਕੀਤੀ ਹੈ ਸਹਿ ਨਾ ਸਕਿਓ ਔਰ ਬਲੀ ਕੰਧਾਰੀ ਤੇ ਬੜੀ ਕੰਧਾਰੀ ਤੋਂ ਸਹਿਣ ਨਾ ਹੋਈ ਜੈਮ ਤ੍ਰਿਗ ਦੁਖ ਤੇ ਸੰਕਟ ਪੈ ਇਸ ਹੈ ਪ੍ਰਕਾਰ ਕਹਿਣ ਲੱਗਾ ਕਿ ਜਿਵੇਂ ਜਲ ਦਾ ਆਪ ਜੀਆਂ ਨੂੰ ਦੁੱਖ ਲੱਗਾ ਹੈ ਦੀਪਕ ਦੀਪਤ ਨਹਿ ਨਾ ਸਹਿ ਇਸ ਹੈ ਪ੍ਰਕਾਰ ਉਸਨੇ ਸਤਿਗੁਰਾਂ ਦੀ ਵਡਿਆਈ ਸੁਣ ਕਰਕੇ ਸੰਗਤ ਦੀ ਈਰਖਾ ਕੀਤੀ ਜਿਵੇਂ ਕਿਸੇ ਨੂੰ ਅੱਖਾਂ ਦਾ ਰੋਗ ਲੱਗਿਆ ਹੋਵੇ ਤੇ ਜਿਸ ਨੂੰ ਅੱਖਾਂ ਦਾ ਰੋਗ ਲੱਗਾ ਹੋਵੇ ਅੱਖਾਂ ਦੁਖਣੀਆਂ ਆਈਆਂ ਹੋਣ ਉਹ ਸੂਰਜ ਵੱਲ ਨਹੀਂ ਵੇਖ ਸਕਦਾ ਉਹ ਪੈਂਦੀ ਹੋਈ ਲਾਈਟ ਵੱਲ ਨਹੀਂ ਵੇਖ ਸਕਦਾ ਕਿਉਂਕਿ ਦੁੱਖ ਹੁੰਦਾ ਹੈ ਏਦਾਂ ਹੀ ਇਸ ਬਲੀ ਕੰਧਾਰੀ ਨੂੰ ਈਰਖਾ ਦਾ ਰੋਗ ਲੱਗਿਆ ਹੈ ਤੇ ਗੁਰੂ ਨਾਨਕ ਦੇਵ ਜੀ ਸੂਰਜ ਦੀ ਨਿਆਈ ਹੈ ਉਹਨਾਂ ਦੀ ਵਡਿਆਈ ਵੇਖ ਸੁਣ ਨਾ ਸਕਿਆ ਕਹੇ ਜੋ ਤਪਾ ਅਜੰਤੀ ਐਸੇ ਕਹਿਣ ਲੱਗਾ ਕਿ ਜੇਕਰ ਤੇਰਾ ਗੁਰੂ ਇੰਨੀਆਂ ਕਰਾਮਾਤਾਂ ਦਾ ਮਾਲਕ ਹੈ ਕਿਉਂ ਨਾ ਮੰਗਵਾਵੇ ਜਲ ਜਹ ਤੇ ਪੈਸੇ ਫਿਰ ਜਿੱਥੇ ਉਹ ਬੈਠਾ ਹੈ ਉੱਥੇ ਹੀ ਜਲ ਕਿਉਂ ਨਹੀਂ ਪ੍ਰਗਟ ਕਰਦਾ ਜਿਸ ਮਹਿ ਅਜਮਤ ਕਹੇ ਗਹੀਰ ਇਸ ਪ੍ਰਕਾਰ ਜਿਹੜਾ ਇੰਨੀ ਸ਼ਕਤੀ ਦਾ ਮਾਲਕ ਹੋਵੇ ਤੇ ਤੂੰ ਉਸ ਦਾ ਸਾਥੀ ਹੋਵੇਂ ਸੰਗੀ ਐਮ ਜਾਚਤ ਫਿਰ ਨੀਰ ਤੇ ਉਹਨਾਂ ਦਾ ਐਸੀ ਸ਼ਕਤੀ ਦੇ ਮਾਲਕ ਦਾ ਜੋ ਸਾਥੀ ਹੋਵੇ ਤੇ ਦਰ ਦਰ ਘਰ ਘਰ ਜਾ ਕੇ ਮੰਗਦਾ ਫਿਰੇ ਇਹ ਕੋਈ ਸੋਭਾ ਵਾਲੀ ਗੱਲ ਨਹੀਂ ਉਚਿਤ ਤ੍ਰਿਖਾਤਰ ਕੋ ਜਲ ਦੇਣਾ ਮੈਂ ਜਾਣਦਾ ਹਾਂ ਕਿ ਕਿਸੇ ਪਿਆਸੇ ਨੂੰ ਜਲ ਛਕਾਉਣਾ ਬੜੀ ਚੰਗੀ ਗੱਲ ਹੈ ਆਪ ਨਹਿ ਦੇਉ ਭਨੇ ਸੁਨ ਬੈਨਾ ਪਰ ਭਾਈ ਜੀ ਮੈਂ ਤੁਹਾਨੂੰ ਜਲ ਨਹੀਂ ਛਕਾਵਾਂਗਾ ਸੁਨ ਮਰਦਾਨਾ ਤਾਂ ਕੀ ਆਇਸ ਭਾਈ ਮਰਦਾਨਾ ਉਹਦੀ ਐਸੇ ਬਚਨ ਸੁਣ ਕਰਕੇ ਸਕਲਾ ਆਪਣੇ ਬਿਰਤਾਂਤ ਬਤਾਇਸ ਤੇ ਗੁਰੂ ਨਾਨਕ ਦੇਵ ਜੀਆਂ ਦੇ ਪਾਸ ਪਹਾੜ ਤੋਂ ਹੇਠਾਂ ਆ ਕਰਕੇ ਸਾਰੀ ਕਹਾਣੀ ਦੱਸਦਾ ਹੈ ਰਾਮਰ ਕੋ ਜਸ ਸੋਨਾ ਦੁਖ ਮਹਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੀ ਕੰਧਾਰੀ ਆਪ ਜੀ ਦਾ ਜਸ ਸੁਣ ਕੇ ਬੜਾ ਦੁਖੀ ਹੋਇਆ ਹੈ ਜਨ ਮਿਰਹਨ ਮਨ ਸਸ ਬਹੁਤਾ ਜਿਸ ਪ੍ਰਕਾਰ ਜਿਵੇਂ ਚੰਦਰਮੇ ਦੀ ਜਿਹੜੀ ਚਾਂਦਨੀ ਹੈ ਨਾ ਵਿਛੋੜੇ ਵਾਲੇ ਜੀਵ ਨੂੰ ਚੰਗੀ ਨਹੀਂ ਲੱਗਦੀ ਏਦਾਂ ਉਹਨਾਂ ਨੂੰ ਤੁਹਾਡੀ ਜਿਹੜੀ ਸੋਭਾ ਚੰਗੀ ਨਹੀਂ ਲੱਗੀ ਆਸ ਪਰਸੂਮਤ ਸੰਗ ਜਠਾਨਾ ਇਸ ਪ੍ਰਕਾਰ ਆਸ ਪਰਸ਼ੋਤਮ ਸੰਗ ਜੇਠਾਨਾ ਕਹਿੰਦਾ ਏ ਜੇਕਰ ਐਸੇ ਉੱਤਮ ਪੁਰਸ਼ ਦਾ ਤੂੰ ਸਾਥੀ ਹੈ ਜਲ ਜਾਗਤ ਵਿਚਰਤ ਬਹੁਥਾਨਾ ਤੇ ਇਸ ਪ੍ਰਕਾਰ ਤੂੰ ਜਲ ਫਿਰ ਘਰ ਘਰ ਜਾ ਕੇ ਕਿਉਂ ਮੰਗਦਾ ਹੈ ਕਿਉ ਨਾ ਨਿਕਾਸ ਹੈ ਨਿਕਟ ਸੋ
ਜੇਕਰ ਤੇਰਾ ਐਸਾ ਗੁਰੂ ਬੜੀ ਹੈ, ਐਸੀਆਂ ਸ਼ਕਤੀਆਂ ਦਾ ਮਾਲਕ ਹੈ, ਤੇ ਜਲ ਪ੍ਰਗਟ ਆਪ ਕਿਉਂ ਨਹੀਂ ਕਰਦਾ? ਇਸ ਪ੍ਰਕਾਰ ਜੇ ਐਸੀ ਸ਼ਕਤੀ ਦਾ ਮਾਲਕ ਹੈ, ਸ੍ਰੀ ਗੁਰੂ ਨਾਨਕ ਪੁਨ ਮੁਸਕਾਨੇ ਗੁਰੂ ਨਾਨਕ ਦੇਵ ਜੀ ਸੁਣ ਕਰਕੇ ਹੱਸੇ ਨੇ। ਬਨਿਓ ਸੋ ਇਸਕੇ ਮਾਨ ਮਹਾਨੇ। ਇਸ ਪ੍ਰਕਾਰ ਮਹਾਰਾਜ ਜੀਆਂ ਨੇ ਜਾਣਿਆ ਹੈ ਕਿ ਉਹਨੂੰ ਆਪਣੇ ਆਪ ਤੇ ਬੜਾ ਹੰਕਾਰ ਹੈ। ਸਹਿ ਨਹੀਂ ਸਕਤ ਹੈ ਪਰ ਵਡਾਈ। ਭਾਈ ਮਰਦਾਨਾ ਜੀ, ਜਿਹੜੇ ਹੰਕਾਰੀ ਲੋਕ ਹੁੰਦੇ ਨੇ ਨਾ, ਉਹ ਪਰਾਇਆਂ ਦੀ ਹੁੰਦੀ ਵਡਿਆਈ ਸਿਫਤ ਵੇਖ ਕੇ ਜਲਦੇ ਨਹੀਂ। ਮਕਸਰ ਪਾਵਕ ਤੇ ਪ੍ਰਤਾਈ। ਇਸ ਪ੍ਰਕਾਰ ਜਿਵੇਂ ਅੱਗ ਤਪਾ ਦਿੰਦੀ ਹੈ ਨਾ, ਏਦਾਂ ਉਹਨਾਂ ਦੇ ਹਿਰਦੇ ਅੱਗ ਵਾਂਗ ਤਪਦੇ ਰਹਿੰਦੇ ਨੇ। ਭਾਈ ਮਰਦਾਨਾ ਜੀ, ਉਹ ਵੀ ਮੁਸਲਮਾਨ ਹੈ, ਤੂੰ ਵੀ ਮੁਸਲਮਾਨ ਹੈ, ਤੂੰ ਉਹਦੇ ਕੋਲ ਜਾਣਾ ਕਰ। ਉਹਦੇ ਕੋਲੋਂ ਨਿਮਰਤਾ ਦੇ ਨਾਲ ਮੰਗੀ, ਉਹ ਜਲ ਜ਼ਰੂਰ ਦੇਵੇਗਾ। ਜਿਹੜਾ ਮੁਸਲਮਾਨ ਹੈ, ਉਹ ਦੂਜੇ ਮੁਸਲਮਾਨ ਨੂੰ ਬਹੁਤ ਪ੍ਰੇਮ ਕਰਦਾ ਹੈ। ਜਾਓ ਨਿਮਰਤਾ ਦੇ ਨਾਲ ਜਲ ਛਕ ਲਵੋ। ਗੁਰੂ ਦੀ ਆਗਿਆ ਲੈ ਕਰਕੇ ਭਾਈ ਮਰਦਾਨਾ ਜੀ ਜਾ ਕਰਕੇ ਬੜੀ ਗੰਧਾਰੀ ਤਾਈਂ ਫੇਰ ਜਲ ਮੰਗਣਾ ਕੀਤਾ ਹੈ। ਕਹਿਣ ਲੱਗਾ ਹੈ ਕਿ ਕਿਸੇ ਨੂੰ ਜਲ ਛਕਾਉਣਾ, ਦਾਨ ਕਰਨਾ ਬੜਾ ਭਾਰੀ ਫਲ ਹੈ। ਇਸ ਪ੍ਰਕਾਰ ਇਹ ਨਾ ਢੱਗ ਹੈ, ਇੱਥੇ ਹੋਰ ਨੇੜੇ ਕਿਤੇ ਵੀ ਜਲ ਨਜ਼ਰ ਨਹੀਂ ਆਉਂਦਾ। ਇਸ ਪ੍ਰਕਾਰ ਸੁਣ ਕਰਕੇ ਭਾਈ ਮਰਦਾਨੇ ਨੂੰ ਦੁਬਾਰੇ ਆਇਆ ਵੇਖ ਕਰਕੇ ਬੜੀ ਗੰਧਾਰੀ ਬੜਾ ਗੁੱਸੇ ਵਿੱਚ ਆਇਆ ਹੈ। ਕਹਿਣ ਲੱਗਾ ਕਿ ਭਾਈ ਮਰਦਾਨਾ ਜੀ, ਜਿੰਨੇ ਮਰਜੀ ਬਾਰੀ ਚੱਕਰ ਮਾਰ ਲਵੋ, ਮੁੜ ਕੇ ਆ ਜਾਵੋ, ਮੈਂ ਆਪ ਜੀਆਂ ਨੂੰ ਜਲ ਨਹੀਂ ਛਕਾਉਂਦਾ। ਕਿਉਂ ਨਹੀਂ? ਕਿਉਂਕਿ ਤੂੰ ਕਿਸੇ ਹੋਰ ਦੀ ਸਿਫਤ ਸਲਾਹ ਕੀਤੀ। ਤੂੰ ਕਹਿਣਾ ਹੈ ਕਿ ਮੇਰਾ ਗੁਰੂ ਬੜਾ ਬਲੀ ਹੈ, ਸਾਰਾ ਸੰਸਾਰ ਉਸ ਨੂੰ ਜਾਣਦਾ ਹੈ। ਜੇਕਰ ਐਸੀਆਂ ਸ਼ਕਤੀਆਂ ਦਾ ਮਾਲਕ ਹੈ, ਫਿਰ ਕਿਉਂ ਨਾ ਉਹ ਆਪੇ ਹੀ ਜਲ ਪੈਦਾ ਕਰ ਲਵੇ। ਫਿਰ ਤੂੰ ਮੇਰੇ ਕੋਲ ਆ ਕੇ ਕਿਉਂ ਮੰਗਦਾ ਹੈ? ਇਸ ਪ੍ਰਕਾਰ ਸਤਿਗੁਰਾਂ ਦੀ ਸੋਭਾ ਦੇ ਗੀਤ ਸੁਣ ਕੇ ਭਾਈ ਮਰਦਾਨੇ ਦੇ ਮੁਖੋਂ ਬੜੀ ਗੰਧਾਰੀ ਬੜਾ ਗੁੱਸੇ ਵਿੱਚ ਆਇਆ ਹੈ, ਤੇ ਭਾਈ ਮਰਦਾਨੇ ਤਾਂ ਜਲ ਦੇਣ ਤੋਂ ਇਨਕਾਰ ਕੀਤਾ ਹੈ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ। ਸੰਗਤ ਕੱਲ੍ਹ ਦੀਆਂ ਦੀਵਾਨਾਂ ਵਿੱਚ ਸਰਵਣ ਕਰਾਂਗੇ ਕਿਵੇਂ ਬੜੀ ਗੰਧਾਰੀ ਗੁਰੂ ਨਾਨਕ ਦੇਵ ਜੀਆਂ ਦੇ ਨਾਲ ਵੈਰ ਕਮਾਉਂਦਾ ਹੈ, ਈਰਖਾ ਕਰਦਾ ਹੈ। ਇੱਥੇ ਹੀ ਅੱਜ ਵਿਸ਼ਰਾਮ ਲੈਂਦੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਰਬ ਸੰਗੇ ਆਓ। ਆਨੰਦ ਸਾਹਿਬ ਦੇ ਦਰਬਾਰ ਤੇ ਮੁਕਤੀਰ ਸਮਾਪਤੀ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਨਿਰਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਵਜੀਆਂ ਨਾਮ ਰਤਨ ਪਰਵਾਰ ਭਰੀਆਂ ਸ਼ਬਦ ਗਾਵਣਿਆਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਾਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਜ ਸਭ ਸਵਾਰਨਾ। ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਆ ਮਨ ਵਿਸਾਰੇ। ਕਾਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੱਚ ਸਾਹਿਬਾ ਗਿਆਨਾ ਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ। ਜਿਸ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ ਕਾਹੈ ਨਾਨਕ ਸੱਚੇ ਸਾਹਿਬ ਗਿਆਨਾ ਹੀ ਕਰ ਤੇਰਾ। ਸਦਾ ਨਾਮ ਮੇਰਾ ਆਧਾਰੂ ਸਾਧ ਨਾਮ ਆਧਾਰ ਮੇਰਾ। ਦਿਨ ਭੁੱਖਾ ਸਭ ਗਵਾਈਆਂ ਹਰ ਸਾਥ ਸੁਖ ਮਨ ਆਏ ਵਸਿਆ। ਦਿਨ ਵਿਸ਼ਰਾਮ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਨਾ ਹੋਇ। ਜਿਸ ਲੀਆਂ ਇਹ ਵਡਿਆਈਆਂ
ਆਹਰ ਮਾਨੁ ਸਮਾਉ ਸੰਤੋ ਸ਼ਬਦ ਧਰਮ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਕਤ ਘਾਲ ਸੁਭਾਗੈ ਘਾਲ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਾਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅੰਧ ਸੁਭਾਵਨ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਾਏ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਰਤੇ ਕਰਤੇ ਪਵਿੱਤ ਸਤਿਗੁਰ ਰਚਿਆ ਭਰ ਪੂਰੇ ਬਿਨਵੰਤ ਨਾਮ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਵਿਲਾ ਸਕਲ ਜਗਤ ਵਿਆਇਆ ਬੁਰਿਆਈਆ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਮੈਂ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਜੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਜੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।